ਸਤਿ ਸ੍ਰੀ ਅਕਾਲ। ਸੁੰਦਰ ਆਦਤਾਂ ਹੀ ਸੁੰਦਰ ਸੰਸਾਰ ਹੈ। ਸੰਸਾਰ ਸਾਡੀਆਂ ਆਦਤਾਂ ਨਹੀਂ ਬਣਾਉਂਦਾ। ਸਾਡੀਆਂ ਆਦਤਾਂ ਤਾਂ ਜਿੱਥੇ ਅਸੀਂ ਰਹਿੰਦੇ ਹਾਂ ਇਨਵਾਇਰਮੈਂਟ ਨਾਲ ਉਸ ਤਰ੍ਹਾਂ ਦੀਆਂ ਬਣ ਜਾਂਦੀਆਂ ਹਨ। ਸੰਸਾਰ ਵਿੱਚ ਬਦਲਾਵ ਲਿਆਉਣ ਵਾਸਤੇ ਆਪਣੀਆਂ ਆਦਤਾਂ ਨੂੰ ਬਦਲਣਾ ਪਵੇਗਾ। ਆਪਣੀ ਅੰਦਰਲੀ ਦੁਨੀਆ ਵਿੱਚ ਪਰਿਵਰਤਨ ਲਿਆਉਣ ਦਾ ਯੰਤਰ ਸਾਡੇ ਆਪਣੇ ਕੋਲ ਹੀ ਹੈ। ਇਹ ਸਾਡੀ ਇਕਾਗਰਤਾ ਦੀ ਸ਼ਕਤੀ ਹੈ। ਜੀਵਨ ਦੇ ਕੁਝ ਅਧਿਆਤਮਕ ਨਿਯਮਾਂ ਦਾ ਅਸੀਂ ਧਿਆਨ ਰੱਖਣਾ ਹੈ। ਯਾਦ ਰੱਖਣਾ ਹੈ ਕਿ ਆਤਮਾ ਦਾ ਪ੍ਰਭਾਵ ਪ੍ਰਕਿਰਤੀ 'ਤੇ ਪੈਂਦਾ ਹੈ। ਸੰਕਲਪ ਨਾਲ ਸ੍ਰਿਸ਼ਟੀ ਬਣਦੀ ਹੈ। ਆਂਤਰਿਕ ਦੁਨੀਆ ਬਾਹਰ ਦੀ ਦੁਨੀਆ ਬਣਾਉਂਦੀ ਹੈ। ਜੇਕਰ ਸਾਡਾ ਬਦਲਾਵ ਸਹੀ ਦਿਸ਼ਾ ਵੱਲ ਹੋਵੇਗਾ ਤਾਂ ਸਾਡੇ ਰਿਸ਼ਤੇ ਵੀ ਸਹੀ ਹੋਣਗੇ। ਜਦੋਂ ਅਸੀਂ ਪਰਿਵਰਤਨ ਸ਼ਬਦ ਸੁਣਦੇ ਹਾਂ ਤਾਂ ਸਾਡਾ ਧਿਆਨ ਦੁਨੀਆ ਦੀ ਤਰਫ ਲੋਕਾਂ ਦੀ ਤਰਫ ਜਾਂਦਾ ਹੈ। ਪਰਿਵਰਤਨ ਹਰ ਜਗ੍ਹਾ ਹੋ ਰਿਹਾ ਹੈ, ਬਾਹਰ, ਆਲੇ ਦੁਆਲੇ ਅਤੇ ਸਾਡੇ ਅੰਦਰ ਵੀ। ਅਸੀਂ ਸੁਣਦੇ ਆਏ ਹਾਂ ਪਰਿਵਰਤਨ ਸੰਸਾਰ ਦਾ ਨਿਯਮ ਹੈ। ਕਈ ਵਾਰ ਅਸੀਂ ਸਮਝਦੇ ਹਾਂ ਕਿ ਜੋ ਬਾਹਰ ਦਾ ਪਰਿਵਰਤਨ ਹੈ ਉਹ ਸਾਡੇ ਉੱਤੇ ਪ੍ਰਭਾਵ ਪਾਉਂਦਾ ਹੈ। ਜੇਕਰ ਸੰਸਾਰ ਵਿੱਚ ਦੁੱਖ ਹੈ ਉਸ ਦਾ ਮੂਲ ਕਾਰਨ ਹੀ ਮਨੁੱਖ ਦੇ ਆਪਣੇ ਸੰਸਕਾਰ ਹਨ। ਸੰਸਕਾਰ ਦ੍ਰਿਸ਼ਟੀ ਅਤੇ ਬਿਰਤੀ ਦੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਆਦਤਾਂ ਗੁਪਤ ਚੀਜ਼ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸੰਸਕਾਰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਅਸੀਂ ਦੂਸਰੇ ਨੂੰ ਵੀ ਉਸੇ ਤਰ੍ਹਾਂ ਦੀ ਨਿਗਾਹ ਨਾਲ ਦੇਖਾਂਗੇ ਜਿਸ ਤਰ੍ਹਾਂ ਦੀ ਸਾਡੀ ਆਦਤ ਹੋਵੇਗੀ। ਜੋ ਕ੍ਰੋਧ ਕਰਦਾ ਰਹਿੰਦਾ ਹੈ ਉਹ ਛੋਟੀ ਜਿਹੀ ਗੱਲ 'ਤੇ ਗੁੱਸੇ ਹੋ ਜਾਵੇਗਾ। ਸੰਸਕਾਰ ਗੁਪਤ ਸਮ੍ਰਿਤੀ ਦੇ ਰੂਪ ਵਿੱਚ ਹੁੰਦੇ ਹਨ। ਸੰਸਕਾਰ ਉਹ ਗੁਪਤ ਸਮ੍ਰਿਤੀ ਹੈ ਜੋ ਪਹਿਲਾਂ ਕੀਤੇ ਗਏ ਹੋਏ ਕਰਮਾਂ ਨਾਲ ਜੁੜੀ ਹੁੰਦੀ ਹੈ। ਕੋਈ ਵੀ ਕੰਮ ਜਦੋਂ ਅਸੀਂ ਵਾਰ-ਵਾਰ ਕਰਦੇ ਹਾਂ ਉਹ ਸਾਡੀ ਸਮ੍ਰਿਤੀ ਵਿੱਚ ਬੈਠ ਜਾਂਦਾ ਹੈ। ਫਿਰ ਉਸ ਨੂੰ ਯਾਦ ਕਰਨੇ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਾਡੀ ਸਮ੍ਰਿਤੀ ਗਹਿਰੀ ਬਣ ਜਾਂਦੀ ਹੈ। ਜੇ ਕੋਈ ਆਦਤ ਮਾੜੀ ਪੱਕ ਗਈ ਹੈ ਉਹ ਉਦੋਂ ਤੱਕ ਠੀਕ ਨਹੀਂ ਹੋਵੇਗੀ ਜਦੋਂ ਤੱਕ ਤੁਸੀਂ ਟਾਈਮ ਕੱਢ ਕੇ ਉਸ ਨੂੰ ਠੀਕ ਨਹੀਂ ਕਰੋਗੇ। ਉਦੋਂ ਤੱਕ ਤੁਸੀਂ ਵੀ ਠੀਕ ਨਹੀਂ ਹੋਵੋਗੇ। ਉਸ ਲਈ ਪਰਮਾਤਮਾ ਨੇ ਸਾਨੂੰ ਬਹੁਤ ਸੁੰਦਰ ਤਰੀਕਾ ਦੱਸਿਆ ਹੈ। ਪਰਮਾਤਮਾ ਨੇ ਸਾਨੂੰ ਸਮਝ ਦਿੱਤੀ ਹੈ ਕਿ ਸੰਕਲਪ ਅਤੇ ਸੰਸਕਾਰ ਕਿਹੜਾ ਚੰਗਾ ਹੈ ਅਤੇ ਕਿਹੜਾ ਖਰਾਬ ਹੈ ਅਤੇ ਸੰਸਕਾਰਾਂ ਨੂੰ ਬਦਲਣਾ ਕਿਉਂ ਜ਼ਰੂਰੀ ਹੈ। ਸਮ੍ਰਿਤੀ ਤੋਂ ਬਗੈਰ ਇਸ ਸੰਸਾਰ ਵਿੱਚ ਕੋਈ ਕੰਮ ਨਹੀਂ ਹੋ ਸਕਦਾ। ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਜਿਸ ਨੂੰ ਸਮ੍ਰਿਤੀ ਨਾ ਹੋਵੇ। ਨੀਂਦ ਵਿੱਚ ਵੀ ਮਨੁੱਖ ਸਮ੍ਰਿਤੀ ਹੁੰਦੀ ਹੈ। ਉਸ ਸਮ੍ਰਿਤੀ ਦੇ ਆਧਾਰ 'ਤੇ ਉਹ ਸੁਪਨੇ ਦੇਖਦਾ ਹੈ। ਸੁਪਨਿਆਂ ਵਿੱਚ ਵੀ ਮਨੁੱਖ ਨੂੰ ਅਨੇਕ ਪ੍ਰਕਾਰ ਦੀਆਂ ਯਾਦਾਂ ਆਉਂਦੀਆਂ ਹਨ, ਇਸ ਜਨਮ ਦੀਆਂ ਅਤੇ ਪਿਛਲੇ ਜਨਮ ਦੀਆਂ। ਇੱਕ ਸਮ੍ਰਿਤੀ ਹੈ ਜੋ ਚੇਤਨਾ ਵਿੱਚ ਹੁੰਦੀ ਹੈ ਅਤੇ ਦੂਸਰੀ ਸਮ੍ਰਿਤੀ ਹੈ ਜੋ ਸੰਸਕਾਰ ਦੇ ਰੂਪ ਵਿੱਚ ਹੁੰਦੀ ਹੈ, ਜੋ ਸਬਕੌਂਸ਼ੀਅਸ ਮਾਈਂਡ ਵਿੱਚ ਹੁੰਦੀ ਹੈ। ਗਲਤ ਸਮ੍ਰਿਤੀਆਂ, ਮਾੜੀਆਂ ਆਦਤਾਂ ਨੂੰ ਖਤਮ ਕਰਨ ਲਈ ਪਰਮਾਤਮਾ ਨੇ ਸਾਨੂੰ ਨਵੀਂ ਸਮ੍ਰਿਤੀ ਦਿੱਤੀ ਹੈ, ਚੰਗੀ ਸੋਚ, ਪੋਜ਼ੀਟਿਵ ਥਿੰਕਿੰਗ ਦਿੱਤੀ ਹੈ। ਗਲਤ ਮਾੜੀਆਂ ਆਦਤਾਂ ਖਤਮ ਕਰਨ ਲਈ ਦੂਸਰੀ ਸਮ੍ਰਿਤੀ ਦਿੱਤੀ ਹੈ, ਧਿਆਨ, ਮੈਡੀਟੇਸ਼ਨ। ਲੋਕ ਯੋਗ ਦੇ ਨਾਮ 'ਤੇ ਪ੍ਰਣਾਮ, ਹੱਠ ਯੋਗ ਵਗੈਰਾ ਕਰਨ ਲੱਗ ਪਏ। ਉਸ ਨਾਲ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਸਿਰਫ ਬੋਡੀ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਹੁੰਦਾ ਹੈ। ਚਲੋ ਇਹ ਵੀ ਚੰਗੀ ਗੱਲ ਹੈ, ਪਰ ਜੋ ਵਿਸ਼ਵ ਪਰਿਵਰਤਨ ਦੀ ਗੱਲ ਹੈ ਉਹ ਤਾਂ ਨਹੀਂ ਹੋਈ। ਉਸ ਨਾਲ ਨਾ ਚੰਗੇ ਵਿਚਾਰ ਮਿਲੇ ਨਾ ਚੰਗੀ ਸਮ੍ਰਿਤੀ ਮਿਲੀ। ਪਰਮਾਤਮਾ ਨੇ ਸਮਝ ਦਿੱਤੀ ਹੈ ਕਿ ਚੰਗੀ ਸਮ੍ਰਿਤੀ, ਚੰਗੀ ਸੋਚ ਵਿੱਚ ਸਥਿਤ ਰਹਿਣਾ ਹੀ ਪਰਮਾਤਮਾ ਦੀ ਯਾਦ ਵਿੱਚ ਰਹਿਣਾ ਹੈ। ਸਮ੍ਰਿਤੀ ਸੋਚ ਵਿੱਚ ਇੰਨੀ ਸ਼ਕਤੀ ਹੈ ਕਿ ਸੰਸਾਰ ਵਿੱਚ ਕ੍ਰਾਂਤੀ ਲਿਆ ਸਕਦੇ ਹੋ। ਕ੍ਰਾਂਤੀ ਹੋਣੀ ਚਾਹੀਦੀ ਹੈ ਮਨੁੱਖ ਦਾ ਵਿਵਹਾਰ ਬਦਲਣੇ ਦੀ, ਮਨੁੱਖ ਦੀ ਸੋਚ ਸਮ੍ਰਿਤੀ ਬਦਲਣੇ ਦੀ। ਤਾਂ ਜਾ ਕੇ ਚੰਗੇ ਸੰਸਾਰ ਦਾ ਨਿਰਮਾਣ ਹੋ ਸਕਦਾ ਹੈ, ਤਾਂ ਵਿਸ਼ਵ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ। ਸਮ੍ਰਿਤੀ ਨਾਲ ਹੀ ਵਿਸ਼ਵ ਵਿੱਚ ਪਰਿਵਰਤਨ ਆ ਸਕਦਾ ਹੈ। ਬਿਨਾਂ ਸਮ੍ਰਿਤੀ ਕੋਈ ਕੁਝ ਨਹੀਂ ਕਰ ਸਕਦਾ। ਸਮ੍ਰਿਤੀ ਸਾਡੀ ਕਿੰਨੀ ਵੱਡੀ ਸ਼ਕਤੀ ਹੈ। ਸੋਚ ਦੀ ਸ਼ਕਤੀ ਦੀ ਸਮਝ ਆਉਣ ਨਾਲ ਹੀ ਵਿਸ਼ਵ ਪਰਿਵਰਤਨ ਦੀ ਕ੍ਰਾਂਤੀ ਆਵੇਗੀ। ਸਮ੍ਰਿਤੀ ਬਦਲਣ ਨਾਲ ਸੰਸਕਾਰ ਪਰਿਵਰਤਨ ਹੋਵੇਗਾ ਅਤੇ ਸੰਸਕਾਰ ਪਰਿਵਰਤਨ ਨਾਲ ਵਿਵਹਾਰ ਪਰਿਵਰਤਨ ਹੋਵੇਗਾ ਅਤੇ ਵਿਵਹਾਰ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਹੋਵੇਗਾ। ਸ਼ਾਸਤਰਾਂ ਦਾ, ਗਿਆਨ ਦੀਆਂ ਕਿਤਾਬਾਂ ਵਿੱਚ ਬਹੁਤ ਗਿਆਨ ਹੈ ਕਿ ਇਹ ਹੋਣਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ। ਪਰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ
ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸ ਦਾ ਗਿਆਨ ਅਤੇ ਵਿਧੀ ਨਾ ਹੋਣੇ ਦੇ ਕਾਰਨ ਸੰਸਾਰ ਪਰਿਵਰਤਨ ਦੀਆਂ ਜੋ ਗੱਲਾਂ ਹਨ ਉਹ ਸਿਰਫ ਲੈਕਚਰ ਬਣ ਕੇ ਹੀ ਰਹਿ ਜਾਂਦੇ ਹਨ। ਕਿਸੇ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਇਹ ਕੰਮ ਜੇ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ ਪਰਮਾਤਮਾ ਹੀ ਕਰ ਸਕਦਾ ਹੈ। ਅਸੀਂ ਪਰਮਾਤਮਾ ਵਰਗੇ ਗੁਣਵਾਨ ਪਰਮਾਤਮਾ ਦੀ ਯਾਦ ਵਿੱਚ ਰਹਿ ਕੇ ਬਣ ਸਕਦੇ ਹਾਂ। ਅੱਜ ਦੀ ਕਹਾਣੀ ਹੈ, ਇੱਕ ਸ਼ਰਧਾਲੂ ਆਪਣੇ ਗੁਰੂ ਕੋਲ ਗਿਆ। ਸ਼ਰਧਾਲੂ ਬਹੁਤ ਮਸ਼ਹੂਰ ਪੰਡਤ ਸੀ। ਗੁਰੂ ਨਾਲੋਂ ਵੀ ਜ਼ਿਆਦਾ ਪੜ੍ਹਿਆ ਲਿਖਿਆ ਸੀ। ਸਾਰੇ ਸ਼ਾਸਤਰ ਉਸ ਨੂੰ ਮੂੰਹ ਜ਼ਬਾਨੀ ਯਾਦ ਸਨ। ਸਾਰੇ ਸ਼ਾਸਤਰ ਯਾਦ ਹੋਣ ਦੇ ਬਾਅਦ ਵੀ ਉਹ ਸੱਚ ਦੀ ਖੋਜ ਨਹੀਂ ਕਰ ਸਕਿਆ। ਫਿਰ ਜੀਵਨ ਦੇ ਅੰਤ ਸਮੇਂ ਵਿੱਚ ਉਸਨੇ ਗੁਰੂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਚੰਗੇ ਕਰਮ ਕਰਕੇ ਉਸ ਨੂੰ ਗੁਰੂ ਮਿਲ ਗਿਆ। ਉਹ ਗੁਰੂ ਦੀ ਸ਼ਰਨ ਵਿੱਚ ਪਹੁੰਚ ਗਿਆ। ਗੁਰੂ ਨੇ ਪੰਡਤ ਦੀ ਤਰਫ ਦੇਖਿਆ ਅਤੇ ਕਿਹਾ, ਤੁਸੀਂ ਲਿਖ ਕੇ ਲੈ ਕੇ ਆਵੋ, ਤੁਸੀਂ ਕੀ ਕੀ ਜਾਣਦੇ ਹੋ। ਤੁਸੀਂ ਜੋ ਜਾਣਦੇ ਹੋ ਉਹਦੀ ਤਾਂ ਕੀ ਗੱਲ ਕਰਨੀ ਹੈ, ਤੁਸੀਂ ਜੋ ਨਹੀਂ ਜਾਣਦੇ ਉਹ ਤੁਹਾਨੂੰ ਦੱਸ ਦੇਵਾਂਗਾ। ਸ਼ਰਧਾਲੂ ਨੂੰ ਵਾਪਸ ਆਉਣ ਵਿੱਚ ਲਗਭਗ 1 ਸਾਲ ਲੱਗ ਗਿਆ, ਕਿਉਂਕਿ ਉਸਨੂੰ ਸ਼ਾਸਤਰ ਬਹੁਤ ਯਾਦ ਸਨ। ਉਸਨੂੰ ਕੀ ਪਤਾ ਹੈ ਉਹ ਸਾਲ ਭਰ ਲਿਖਦਾ ਹੀ ਰਿਹਾ। ਕਈ ਹਜ਼ਾਰ ਵਰਕੇ ਭਰ ਗਏ। ਫਿਰ ਪੋਥੀ ਲੈ ਕੇ ਆਇਆ। ਗੁਰੂ ਨੇ ਕਿਹਾ, ਇਹ ਤਾਂ ਬਹੁਤ ਜ਼ਿਆਦਾ ਹੈ। ਜੋ ਕੁਝ ਤੁਸੀਂ ਜਾਣਦੇ ਹੋ, ਮੈਂ ਤਾਂ ਬੁੱਢਾ ਹੋ ਗਿਆ ਹਾਂ, ਮੇਰੀ ਮੌਤ ਨੇੜੇ ਹੀ ਹੈ। ਇੰਨਾ ਕੁਝ ਮੈਂ ਨਹੀਂ ਪੜ੍ਹ ਸਕੂੰਗਾ। ਤੁਸੀਂ ਇਸ ਨੂੰ ਸੰਖੇਪ ਵਿੱਚ ਲਿਖ ਕੇ ਲੈ ਕੇ ਆਵੋ। ਪੰਡਤ ਫਿਰ ਚਲਾ ਗਿਆ। 3 ਮਹੀਨੇ ਲੰਘ ਗਏ। ਹੁਣ ਸਿਰਫ 100 ਪੇਜ ਲਿਖ ਕੇ ਲੈ ਕੇ ਆਇਆ। ਗੁਰੂ ਨੇ ਕਿਹਾ, ਇਹ ਵੀ ਜ਼ਿਆਦਾ ਹੈ, ਇਸ ਨੂੰ ਹੋਰ ਸਾਰ ਵਿੱਚ ਲਿਖ ਕੇ ਲੈ ਕੇ ਆਵੋ। ਕੁਝ ਸਮੇਂ ਬਾਅਦ ਸ਼ਰਧਾਲੂ ਵਾਪਸ ਆਇਆ। ਇੱਕ ਹੀ ਪੰਨੇ ਉੱਪਰ ਸਾਰ ਸੂਤਰ ਲਿਖ ਲਿਆਇਆ। ਲੇਕਿਨ ਗੁਰੂ ਤਾਂ ਬਿਲਕੁਲ ਮਰਨ ਦੇ ਕਰੀਬ ਸਨ। ਗੁਰੂ ਨੇ ਕਿਹਾ, ਤੇਰੇ ਲਈ ਹੀ ਰੁਕਿਆ ਹੋਇਆ ਹਾਂ, ਤੈਨੂੰ ਸਮਝ ਕਦੋਂ ਆਵੇਗੀ। ਹੋਰ ਛੋਟਾ ਲਿਖ ਕੇ ਲੈ ਕੇ ਆਵੋ। ਸ਼ਰਧਾਲੂ ਹੋਸ਼ ਵਿੱਚ ਆ ਗਿਆ। ਦੌੜਦਾ ਹੋਇਆ ਗਿਆ, ਦੂਸਰੇ ਕਮਰੇ ਵਿੱਚੋਂ ਇੱਕ ਖਾਲੀ ਕਾਗਜ਼ ਲੈ ਆਇਆ ਅਤੇ ਗੁਰੂ ਦੇ ਹੱਥ ਵਿੱਚ ਖਾਲੀ ਕਾਗਜ਼ ਦੇ ਦਿੱਤਾ। ਗੁਰੂ ਨੇ ਕਿਹਾ, ਹੁਣ ਤੁਸੀਂ ਸਟੂਡੈਂਟ ਹੋ, ਹੁਣ ਕੁਝ ਸਿੱਖ ਸਕਦੇ ਹੋ। ਮੇਰੇ ਨਾਲ ਤੇਰਾ ਸੰਬੰਧ ਬਣਿਆ ਰਹੇਗਾ। ਕੋਰਾ ਕਾਗਜ਼ ਲਿਆਉਣ ਦਾ ਅਰਥ ਹੋਇਆ, ਮੈਨੂੰ ਕੁਝ ਵੀ ਪਤਾ ਨਹੀਂ ਹੈ, ਮੈਂ ਅਗਿਆਨੀ ਹਾਂ। ਜੋ ਗੁਰੂ ਕੋਲ ਇਸ ਤਰ੍ਹਾਂ ਦਾ ਭਾਵ ਰੱਖ ਸਕੇ ਉਹ ਹੀ ਕੁਝ ਸਿੱਖ ਸਕਦਾ ਹੈ। ਗੁਰੂ ਤਾਂ ਗਿਆਨ ਪ੍ਰਾਪਤੀ ਦਾ ਪ੍ਰਮੁੱਖ ਸਰੋਤ ਹੈ। ਉਸ ਨੂੰ ਸਟੂਡੈਂਟ ਸਿੱਖ ਬਣ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ, ਪੰਡਤ ਬਣ ਕੇ ਨਹੀਂ। ਬਹੁਤ ਪੜ੍ਹੇ ਲਿਖੇ ਹੋਏ ਆਪਣੇ ਆਪ ਨੂੰ ਸਮਝ ਕੇ ਸੱਚੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਭਰਮਾਂ ਵਹਿਮਾਂ ਵਿੱਚ ਪੈ ਕੇ ਜੀਵਨ ਦੀਆਂ ਅਨਮੋਲ ਘੜੀਆਂ ਵਿਅਰਥ ਹੋ ਰਹੀਆਂ ਹਨ। ਸਤਿ ਸ੍ਰੀ ਅਕਾਲ।